मेरे सज्जणों, बेलियो ते बुजुर्गो, मैं हाँ शायर नज़ीर सुल्तानी ते तुसीं वेख रहे हो GS स्टूडियो। मेरे सज्जणों, GS स्टूडियो पेश करदा है दास्तान चंद ते तारा बादशाह। इस दास्तान दी फरमाइश करदे ने पिंड मुहम्मदपुरा तो मुहम्मद नदीम कराची वाला, रसूलपुर जट्टां तो तारक महमूद जट ते बाबा मुहम्मद असलम रहमानी, सियालकोट तो सरफराज अहमद जट, नारवे तो तसव्वर हुसैन वड़ैच, ਚੱਕ ਨੰਬਰ 103 6R ਤੋਂ ਇਸ਼ਤਿਆਕ ਕਾਦਰੀ, ਪਿੰਡ ਕੱਕੜ ਗਿੱਲ ਤੋਂ ਅਬਦੁਲ ਰਸ਼ੀਦ ਗਿੱਲ, ਸ਼ੇਖੂਪੁਰਾ ਤੋਂ ਬਾਬਾ ਬੂਟਾ ਰਹਿਮਾਨੀ, ਸਪੇਨ ਤੋਂ ਚੌਧਰੀ ਨਵਾਜ਼ ਗੁੱਜਰ ਤੇ ਆਲੀਆਨ ਗੁੱਜਰ, ਚੜ੍ਹਦੇ ਪੰਜਾਬ ਤੋਂ ਬਿੱਟੂ ਲਹਿਰੀ ਤੇ ਗੁਰਦੀਪ ਸਿੰਘ, ਹੁਸ਼ਿਆਰਪੁਰ ਇੰਡੀਆ ਤੋਂ ਕਮਲਜੀਤ ਸਿੰਘ, 126 6R ਤੋਂ ਮੁਹੰਮਦ ਅਸਗਰ ਗੁੱਜਰ, ਪਾਕਪਤਨ ਤੋਂ ਮੁਹੰਮਦ ਸਲੀਮ, फैसलाबाद तो रियाज रहमानी, काले वाला चीमा तो जकाउल्ला चीमा, बूरे वाला तो अल्लाह दिता चीमा, बहावलपुर तो अब्दुल मालिक धाड़ीवाल जट, आज़ाद कश्मीर चक सवारी तो आरफ हुसैन, 428 6R तो मुजम्मल हुसैन रहमानी होटल वाला, लियाकत रहमानी नंबरदार, शमशा डड्डा बेगपुर तो मियाँ वारस अली। मेरे सज्जणों, ते हुण आउने आ असीं अपनी अज दी दास्तान वल्ले। ਕਿਸੇ ਜ਼ਮਾਨੇ ਵਿੱਚ ਕੋਈ ਬਾਦਸ਼ਾਹ ਹਕੂਮਤ ਕਰਦਾ ਸੀ ਤੇ ਉਹਦੇ ਦੋ ਪੁੱਤਰ ਸਨ, ਚੰਨ ਬਾਦਸ਼ਾਹ ਤੇ ਤਾਰਾ ਬਾਦਸ਼ਾਹ। ਜਦੋਂ ਉਹ ਜਵਾਨ ਹੋਏ ਤੇ ਬਾਦਸ਼ਾਹ ਨੇ ਉਹਨਾਂ ਦੀ ਸ਼ਾਦੀ ਕਰ ਦਿੱਤੀ। ਚੰਨ ਨੂੰ ਰੱਬ ਨੇ ਦੋ ਪੁੱਤਰ ਦਿੱਤੇ ਤੇ ਤਾਰੇ ਨੂੰ ਦੋ ਧੀਆਂ। ਜਿਹੜੀ ਮਲਕਾ ਦੇ ਪੁੱਤਰ ਸਨ ਉਹ ਬੜੀ ਟੌਰ ਨਾਲ ਮਹਿਲਾਂ ਵਿੱਚ ਫਿਰਦੀ ਤੇ ਜਿਹਦੀਆਂ ਧੀਆਂ ਸਨ ਉਹ ਸੋਚਦੀ ਰਹਿੰਦੀ ਬਾਦਸ਼ਾਹੀ ਇਹਦੇ ਪੁੱਤਰਾਂ ਨੂੰ ਮਿਲ ਜਾਣੀ ਏ, ਮੇਰੀ ਇਹਨਾਂ ਮਹਿਲਾਂ ਵਿੱਚ ਕੋਈ ਹੈਸੀਅਤ ਕਦਰ ਨਹੀਂ ਰਹਿਣੀ। ਚੰਨ ਤੇ ਤਾਰੇ ਵਿੱਚ ਗੂੜਾ ਪਿਆਰ ਸੀ। ਉਹ ਖਾਂਦੇ ਵੀ ਇਕੱਠੇ ਤੇ ਸ਼ਿਕਾਰ ਵੀ ਇਕੱਠੇ ਖੇਡਦੇ ਸਨ, ਪਰ ਉਹਨਾਂ ਦੀਆਂ ਬੀਵੀਆਂ ਦੀ ਆਪਸ ਵਿੱਚ ਨਹੀਂ ਸੀ ਬਣਦੀ। ਫਿਰ ਇੱਕ ਦਿਨ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਚੰਨ ਤੇ ਤਾਰਾ ਭਾਈ ਦੋਵੇਂ ਸਨ ਇੱਕੋ ਘਰ ਵਿਆਹੇ, ਪੁੱਤਰ ਧੀਆਂ ਹੋ ਗਏ ਸਜਣੋ ਉਹ ਵੀ ਦਿਨ ਫਿਰ ਆਏ। ਚੰਨ ਨੂੰ ਰੱਬ ਨੇ ਪੁੱਤਰ ਦਿੱਤੇ, ਤਾਰੇ ਨੂੰ ਜੀ ਧੀਆਂ, ਤੁਮੇ ਦੀ ਵੱਲ ਕੌੜੀ ਹੁੰਦੀ ਅਸਰੋਂ ਦੇ ਵਿੱਚ ਪੀਆਂ। ਚੰਨ ਤੇ ਤਾਰਾ ਇੱਕ ਦੂਜੇ ਨਾਲ ਕਰਦੇ ਪਿਆਰ ਬਥੇਰਾ, ਕੱਠੇ ਜਾਣ ਸ਼ਿਕਾਰ ਨੂੰ ਦੋਵੇਂ ਤਿੱਤਰ ਫੜਨ ਬਟੇਰਾ। ਰੰਨਾ ਦੋਵੇਂ ਭੈਣਾਂ ਸਨ ਪਰ ਪਾਉਂਦੀ ਨਹੀਂ ਸੀ ਦੋਵਾਂ, ਭਾਵੇਂ ਦੋਵੇਂ ਭੈਣਾਂ ਸਨ ਪਰ ਇੱਕੋ ਘਰ ਦੀਆਂ ਨੋਵਾਂ। ਪੁੱਤਰਾਂ ਵਾਲੀ ਫਕਰ ਕਰੇਂਦੀ ਦੂਜੀ ਕੁੜਦੀ ਰਹਿੰਦੀ, ਉਹ ਨਮਾਰੀ ਨੁਕਰਾਂ ਦੇ ਵਿੱਚ ਲੁਕ ਲੁਕ ਸੱਜਣੋਂ ਪੈਂਦੀ। ਲੜੀਆਂ ਇੱਕ ਦਿਨ ਦੋਵੇਂ ਭੈਣਾਂ, ਲੜੀਆਂ ਇੱਕ ਦਿਨ ਦੋਵੇਂ ਜਣੀਆਂ ਮੂੰਹੋਂ ਮੂੰਹੀ ਹੋਈਆਂ। ਗੁੱਤ ਪੱਟੀ ਇੱਕ ਦੂਜੀ ਦੀ ਬਾਵਾਂ ਡੰਗ ਖਲੋਈਆਂ। ਪੁੱਤਰਾਂ ਵਾਲੀ ਆਖਣ ਲੱਗੀ ਧੀਆਂ ਮੈਨੂੰ ਦੇਸੇ, ਕੱਢਾਂਗੀ ਤੈਨੂੰ ਮਹਿਲਾਂ ਵਿੱਚੋਂ ਵੇਥੋਂ ਇੱਕ ਦਿਨ ਵੈਸੇ। ਲੜੀਆਂ ਦੋਵੇਂ ਬੰਦਿਆਂ ਨੇ ਜੀ ਉੱਤੋਂ ਆ ਛਡਾਈਆਂ, ਵਿੱਚ ਭੈਣਾਂ ਦੇ ਦੂਰੀ ਕਾਦੀ ਉਹਨਾਂ ਨੇ ਸਮਝਾਈਆਂ। ਅਸੀਂ ਵੀ ਭਾਈ ਕਦੀ ਨਹੀਂ ਲੜਦੇ ਨਾਲ ਸਲੂਕ ਦੇ ਰਹਿੰਦੇ, ਕੱਠੇ ਜਾਈਏ ਬਾਤ ਅੰਦਰ ਕੱਠੇ ਰਲ ਕੇ ਪੈਂਦੇ, ਕੱਠੇ ਜਾਈਏ ਬਾਤ ਅੰਦਰ ਕੱਠੇ ਰਲ ਕੇ ਰਹਿੰਦੇ ਓਏ। ਮੇਰੇ ਸੱਜਣੋਂ, ਜਦੋਂ ਦੋਵੇਂ ਭੈਣਾਂ ਲੜਦੀਆਂ ਚੰਨ ਤੇ ਤਾਰੇ ਨੇ ਆਣ ਕੇ ਛੁਡਾਈਆਂ ਤੇ ਤਾਰੇ ਦੀ ਬੀਵੀ ਰਾਤ ਨੂੰ ਕਹਿਣ ਲੱਗੀ ਜੇ ਤੂੰ ਕੱਲ ਨੂੰ ਚੰਨ ਨੂੰ ਮਾਰ ਕੇ ਨਾ ਆਵੇਂ ਮੈਂ ਆਪਣੀਆਂ ਦੋਵੇਂ ਧੀਆਂ ਲੈ ਕੇ ਮਹੱਲਾਂ ਤੋਂ ਛਾਲ ਮਾਰ ਦਿਆਂਗੀ। ਤਾਰੇ ਨੇ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਆਖਰਕਾਰ ਤਾਰਾ ਚੰਨ ਨੂੰ ਮਾਰਨ ਵਾਸਤੇ ਤਿਆਰ ਹੋ ਗਿਆ। ਉਧਰੋਂ ਬਾਦਸ਼ਾਹ ਵੀ ਕਾਫੀ ਬਿਮਾਰ ਸੀ। ਸੁਬਾਹ ਹੋਈ ਤੇ ਰੌਲਾ ਪੈ ਗਿਆ ਵੀ ਬਾਦਸ਼ਾਹ ਮਰ ਗਿਆ। ਖੈਰ ਬਾਦਸ਼ਾਹ
ਰਾਇਆ ਨਾਲ ਪਿਆਰ ਕਰਦਾ ਸੀ। ਸ਼ਹਿਰ ਵਿੱਚ 3 ਦਿਨ ਦਾ ਸੋਗ ਮਨਾਇਆ ਗਿਆ। ਚੰਨ ਵੱਡਾ ਸੀ ਤੇ ਬਾਦਸ਼ਾਹੀ ਵੀ ਉਹਨੂੰ ਹੀ ਮਿਲਣੀ ਸੀ। ਤਾਜ ਪੋਸ਼ੀ ਤੋਂ 1 ਦਿਨ ਪਹਿਲੋਂ ਤਾਰਾ ਕਹਿਣ ਲੱਗਾ, ਭਾਈ ਚੱਲ ਅੱਜ ਆਖਰੀ ਵਾਰ ਰਲ ਕੇ ਸ਼ਿਕਾਰ ਖੇਡਣ ਜਾਈਏ। ਤੂੰ ਫਿਰ ਬਾਦਸ਼ਾਹ ਬਣ ਜਾਣਾ ਹੈ ਤੇ ਮੈਨੂੰ ਇਕੱਲੇ ਨੂੰ ਸ਼ਿਕਾਰ ਖੇਡਣ ਜਾਣਾ ਪੈਣਾ ਕਰਨਾ ਹੈ। ਚੰਨ ਕਹਿਣ ਲੱਗਾ, ਠੀਕ ਹੈ। ਦੋਵਾਂ ਭਾਈਆਂ ਨੇ ਘੋੜੇ ਤਿਆਰ ਕਰਾਏ ਤੇ ਕੁਝ ਸਿਪਾਹੀ ਨਾਲ ਲੈ ਕੇ ਜੰਗਲ ਵੱਲ ਚਲੇ ਗਏ। ਤਾਰੇ ਨੇ ਬੀਵੀ ਨਾਲ ਵਾਅਦਾ ਕੀਤਾ ਸੀ ਤੇ ਨਾਲੇ ਉਹ ਸੋਚਦਾ ਸੀ ਕੱਲ ਇਹਨੂੰ ਬਾਦਸ਼ਾਹੀ ਮਿਲ ਜਾਣੀ ਏ ਤੇ ਮੇਰੇ ਹੱਥ ਕੁਝ ਨਹੀਂ ਆਉਣਾ। ਉੱਤੋਂ ਇਹਦੇ 2 ਵਾਰਸ ਨੇ ਤੇ ਮੇਰੀਆਂ ਧੀਆਂ ਨੇ। ਦੋਵੇਂ ਭਰਾ ਜਦੋਂ ਜੰਗਲ ਵਿੱਚ ਗਏ, ਉਹਨਾਂ ਨੇ ਇੱਕ ਹਰਨ ਵੇਖਿਆ ਤੇ ਉਹਦੇ ਪਿੱਛੇ ਘੋੜੇ ਲਾ ਦਿੱਤੇ। ਚੰਨ ਦਾ ਘੋੜਾ ਅੱਗੇ ਸੀ ਤੇ ਤਾਰੇ ਦਾ ਪਿੱਛੇ, ਤੇ ਉਹਨਾਂ ਦੇ ਪਿੱਛੇ ਸਿਪਾਹੀਆਂ ਦੇ ਘੋੜੇ ਸਨ। ਤਾਰੇ ਨੇ ਤੀਰ ਚਲਾਇਆ ਜਿਹੜਾ ਚੰਨ ਦੀ ਗਰਦਨ ਦੇ ਆਰ-ਪਾਰ ਹੋ ਗਿਆ ਤੇ ਚੰਨ ਘੋੜੇ ਤੋਂ ਡਿੱਗ ਪਿਆ। ਤਾਰੇ ਨੇ ਵੀ ਛੇਤੀ ਨਾਲ ਘੋੜੇ ਤੋਂ ਉਤਰ ਕੇ ਭਰਾ ਦਾ ਸਿਰ ਝੋਲੀ ਵਿੱਚ ਰੱਖ ਕੇ ਰੋਣ ਲੱਗ ਪਿਆ। ਉਹਨੇ ਸਿਪਾਹੀਆਂ ਸਾਹਮਣੇ ਜ਼ਾਹਰ ਕੀਤਾ, ਭਈ ਤੀਰ ਤੇ ਮੈਂ ਹਰਨ ਨੂੰ ਮਾਰਿਆ ਸੀ, ਗਲਤੀ ਨਾਲ ਮੇਰੇ ਭਰਾ ਨੂੰ ਲੱਗ ਗਿਆ ਏ। ਚੰਨ ਨੇ ਉਹਦੇ ਸਾਹਮਣੇ ਤੜਪ ਕੇ ਜਾਨ ਦੇ ਦਿੱਤੀ। ਤੇ ਫੇਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾਣਗੇ ਸਾਦਕ ਪੱਟੀ ਬਾਗ ਮੋੜ ਵਾਲੇ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਓ ਮਰਿਆ ਚੰਨ ਤੇ ਤਾਰੇ ਪਿਓ ਦਾ ਤਖਤ ਸੰਭਾਲ ਲਿਆ। ਮਰਿਆ ਚੰਨ ਤੇ ਤਾਰੇ ਪਿਓ ਦਾ ਤਖਤ ਸੰਭਾਲ ਲਿਆ। ਸਿਰ ਤੋਂ ਆਪਣੇ ਖਤਰਾ ਜਿਹੜਾ ਉਹਨੇ ਟਾਲ ਲਿਆ। ਚਾਂਦੀ ਬੀਵੀ ਬੱਚੇ ਉਹਦੇ ਮਹਿਲੋਂ ਕੱਢ ਵਗਾਏ। ਰੋਂਦੇ ਰੋਂਦੇ ਉਹਦੇ ਸਜਣੋਂ ਜੰਗਲਾਂ ਦੇ ਵਿੱਚ ਆਏ। ਚੰਨ ਦੀ ਬੀਬੀ ਰੋਂਦੀ ਪੀਤੀ, ਕੋਈ ਨਹੀਂ ਯਾਰ ਸਹਾਰਾ। ਮਾਲ ਦੌਲਤ ਖੋਲਿਆ ਤਾਰੇ ਉਹਨਾਂ ਕੋਲੋਂ ਸਾਰਾ। ਚੰਨ ਦਾ ਵੱਡਾ ਪੁੱਤਰ ਸੋਨਾ ਨਾਲੇ ਸ਼ੇਰ ਦਲੇਰ। ਪਾਣੀ ਲੈਮਨ ਜਾਂਦਾ ਉਹ ਤੇ ਪਰੀਆਂ ਲੈਂਦੀਆਂ ਘੇਰ। ਇੱਕ ਪਰੀ ਦੀ ਆਸ਼ਕ ਹੋਈ ਕਹਿੰਦੀ ਚੱਲ ਤੂੰ ਨਾਲ। ਮੁਖੜਾ ਉਹਦਾ ਚਾਂਦੇ ਵਰਗਾ ਰੇਸ਼ਮ ਵਰਗੇ ਵਾਲ। ਆਖਣ ਲੱਗਾ ਮੈਂ ਸ਼ਹਜ਼ਾਦਾ ਮੈਂ ਕਿਤੇ ਨਹੀਂ ਜਾਣਾ। ਮਾਂ ਤੇ ਭਾਈ ਭੁੱਖੇ ਬੈਠੇ ਖਾਦਾ ਕੋਈ ਨਹੀਂ ਖਾਣਾ। ਆਖਣ ਲੱਗੀ ਪਰੀ ਦੀ ਉੱਥੇ ਆਖਣ ਲੱਗੀ ਪਰੀ ਦੀ ਉੱਥੇ ਸਾਨੂੰ ਲੈ ਚੱਲ ਨਾਲ। ਕਿੱਥੇ ਤੇਰਾ ਮਾਂ ਤੇ ਭਾਈ ਸਾਨੂੰ ਚੱਲ ਬੁਖਾਰ। ਪਰੀ ਨੇ ਆਨ ਸਲਾਮ ਬੁਲਾਇਆ ਖਾਣਾ ਉਸ ਮੰਗਾਇਆ। ਇੱਕ ਦਿਓ ਜੀ ਪਰਸਤਾਨ ਤੋਂ ਖਾਣਾ ਲੈ ਕੇ ਆਇਆ। ਖਾਣਾ ਖਾ ਕੇ ਪੁੱਛਣ ਲੱਗੀ ਮਲਕਾ ਚੁੱਕੀ ਧੌਣ। ਸਾਡੀ ਤੂੰ ਮਦਦ ਕੀਤੀ ਦੱਸ ਦੇ ਧੀਏ ਕੌਣ। ਸਾਡੀ ਤੂੰ ਮਦਦ ਕੀਤੀ ਦੱਸ ਦੇ ਧੀਏ ਕੌਣ ਓਏ। ਮੇਰੇ ਸੱਜਣੋ, ਪਰੀ ਕਹਿਣ ਲੱਗੀ, ਮਾਂ ਜੀ ਮੈਂ ਪਰਸਤਾਨ ਦੇ ਬਾਦਸ਼ਾਹ ਦੀ ਸ਼ਹਜ਼ਾਦੀ ਹਾਂ ਤੇ ਮੈਂ ਤੁਹਾਡੇ ਬੇਟੇ ਤੇ ਆਸ਼ਕ ਹੋ ਗਈ ਹਾਂ। ਮੈਂ ਇਹਦੇ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ। ਮਲਕਾ ਕਹਿਣ ਲੱਗੀ, ਧੀਏ ਅਸੀਂ ਤੇ ਮਹੱਲਾਂ ਵਿੱਚੋਂ ਉੱਜੜ ਕੇ ਆਏ ਹਾਂ। ਇਹਨਾਂ ਦੇ ਚਾਚੇ ਨੇ ਇਹਨਾਂ ਦੇ ਪਿਓ ਨੂੰ ਮਾਰ ਦਿੱਤਾ ਤੇ ਆਪ ਤਖਤ ਤੇ ਚੜ ਕੇ ਬਹਿ ਗਿਆ ਤੇ ਸਾਨੂੰ ਧੱਕੇ ਮਾਰ ਕੇ ਮਹਿਲਾਂ ਚੋਂ ਕੱਢ ਦਿੱਤਾ। ਪਤਾ ਨਹੀਂ ਹੁਣ ਅਸੀਂ ਕਿੱਥੇ ਜਾਵਾਂਗੇ, ਸਾਡਾ ਕੋਈ ਟਿਕਾਣਾ ਨਹੀਂ ਤੇ ਤੂੰ ਮੇਰੇ ਪੁੱਤਰ ਦਾ ਉਖੇੜਾ ਨਾ ਕਰ। ਪਰੀ ਕਹਿਣ ਲੱਗੀ, ਮਾਂ ਜੀ ਜੇ ਮੈਂ ਤੁਹਾਡੇ ਛੋਟੇ ਪੁੱਤਰ ਨੂੰ ਤਖਤ ਲੈ ਦਿਆਂ ਤੇ ਫਿਰ ਵੱਡੇ ਪੁੱਤਰ ਦਾ ਮੇਰੇ ਨਾਲ ਵਿਆਹ ਕਰੋਗੇ। ਮਲਕਾ ਕਹਿੰਦੀ ਏ, ਧੀਏ ਜਿਵੇਂ ਤੇਰੀ ਮਰਜ਼ੀ, ਮੈਂ ਰਾਜ਼ੀ ਹਾਂ। ਪਰੀ ਦਿਓ ਨੂੰ ਕਹਿੰਦੀ ਏ, ਜਾ ਕੇ ਦਿਓਆਂ ਦੀ ਫੌਜ ਲਿਆ ਕੇ ਮਹਿਲਾਂ ਤੇ ਹਮਲਾ ਕਰ ਦੇ, ਨਾਲੇ ਬਾਦਸ਼ਾਹ ਤੇ ਮਲਕਾ ਨੂੰ ਚੁੱਕ ਕੇ ਲੈ ਆਓ। ਦਿਓ ਆਉਂਦੇ ਨੇ ਤੇ ਤਾਰੇ ਤੇ ਉਹਦੇ ਬੀਵੀ ਬੱਚਿਆਂ ਸਣੇ ਚੁੱਕ ਕੇ ਉਹਨੂੰ ਲੈ ਜਾਂਦੇ ਨੇ। ਤਖਤ ਛੋਟੇ ਸ਼ਹਜ਼ਾਦੇ ਨੂੰ ਮਿਲ ਜਾਂਦਾ ਏ ਤੇ ਵੱਡਾ ਪਰੀ ਨਾਲ ਸ਼ਾਦੀ ਕਰਕੇ ਪਰਸਤਾਨ ਚਲਾ ਜਾਂਦਾ ਹੈ। ਮੇਰੇ ਸੱਜਣੋ, ਹਿਰਸ ਹਵਸ ਤੇ ਲਾਲਚ ਵਿੱਚ ਰਿਸ਼ਤਿਆਂ ਦੀ ਪਹਿਚਾਣ ਭੁੱਲਣ ਵਾਲਿਆਂ ਦਾ ਅੰਜਾਮ ਵੀ ਬੁਰਾ ਹੀ ਹੁੰਦਾ ਹੈ। ਇਹਨਾਂ ਬਾਦਸ਼ਾਹੀਆਂ ਦੀ ਖਾਤਰ ਕਿੰਨੀਆਂ ਜੰਗਾਂ ਹੋਈਆਂ, ਕਿੰਨੇ ਸਿਪਾਹੀ ਮਾਰੇ ਗਏ
ਤੇ ਫਿਰ ਇਨਸਾਨਾਂ ਦੀਆਂ ਖੋਪੜੀਆਂ ਤੇ ਤਖਤ ਰੱਖ ਕੇ ਹਕੂਮਤਾਂ ਕਰਨ ਵਾਲੇ ਕਿੱਥੇ ਗਏ? ਹਰ ਜਾਨਦਾਰ ਨੇ ਮੌਤ ਦਾ ਜ਼ਾਇਕਾ ਚਖਣਾ ਹੈ, ਕਿਸੇ ਨੇ ਇੱਥੇ ਨਹੀਂ ਬਹਿ ਰਹਿਣਾ। ਇਹਨਾਂ ਬਾਦਸ਼ਾਹੀਆਂ ਦੇ ਲਾਲਚ ਵਿੱਚ ਇਨਸਾਨਾਂ ਦਾ ਕਤਲੇਆਮ ਨਾ ਕਰੋ, ਕਿਸੇ ਦਾ ਖੂਨ ਨਾ ਬਹਾਓ। ਉਹ ਤੇ ਵਿਚਾਰੇ ਮਜਬੂਰ ਹੁੰਦੇ ਨੇ, ਆਪਣੇ ਬੀਵੀ ਬੱਚੇ ਪਾਲਣ ਦੀ ਖਾਤਰ ਚੰਦ ਟੱਕਿਆਂ ਦੇ ਮੁਲਾਜ਼ਮ ਹੁੰਦੇ ਨੇ, ਤੁਹਾਡੇ ਵਾਸਤੇ ਜਾਨਾਂ ਦੇ ਦਿੰਦੇ ਨੇ, ਪਰ ਤੁਸੀਂ ਉਹਨਾਂ ਦੀਆਂ ਜਾਨਾਂ ਦਾ ਸਦਕਾ ਦੇ ਕੇ ਇਹਨਾਂ ਕੁਰਸੀਆਂ ਤੇ ਨਾ ਬਵੋ। ਨਾ ਇਹ ਸਦਾ ਰਹਿਣੀਆਂ ਨੇ, ਨਾ ਇਹ ਕੁਰਸੀ ਕਿਸੇ ਦੀ ਬਣੀ ਹੈ ਤੇ ਨਾ ਇਹ ਬਣਨੀ ਹੈ। ਅਸੀਂ ਇਸ ਧਰਤੀ ਤੇ ਕੁਝ ਦਿਨਾਂ ਵਾਸਤੇ ਆਏ ਹਾਂ ਤੇ ਫੇਰ ਵਾਪਸ ਰੱਬ ਕੋਲ ਹੀ ਜਾਣਾ ਹੈ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।